ਹੁਣ ਖਬਰਾਂ ਵਿਸਥਾਰ ਦੇ ਨਾਲ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਹਿਮ ਖਬਰ ਦੀ। ਅਮਰੀਕਾ ਦੀਆਂ ਨਵੰਬਰ ਵਿੱਚ ਮੱਧਵਰਤੀ ਚੋਣਾਂ ਦੌਰਾਨ ਸੰਸਦ ਦੇ ਦੋਵਾਂ ਸਦਨਾਂ ਵਿੱਚ ਬਹੁਮਤ ਹਾਸਲ ਕਰਨ ਲਈ ਪ੍ਰੈਜ਼ੀਡੈਂਟ ਬਾਈਡਨ ਨੂੰ ਸਖਤ ਮਿਹਨਤ ਕਰਨੀ ਪੈ ਰਹੀ ਹੈ। ਅਮਰੀਕਾ ਵਿੱਚ ਲੱਕ ਤੋੜਵੀਂ ਮਹਿੰਗਾਈ ਕਾਰਨ ਪ੍ਰੈਜ਼ੀਡੈਂਟ ਬਾਈਡਨ ਦਾ ਗ੍ਰਾਫ ਕਾਫੀ ਹੇਠਲੇ ਪੱਧਰ ਨੂੰ ਛੂਹ ਰਿਹਾ ਹੈ, ਜਿਸ ਦੇ ਚੱਲਦਿਆਂ ਹੋਇਆ ਉਹਨਾਂ ਦੇ ਵੱਲੋਂ ਅਮਰੀਕਾ ਦੀ ਸਵਿੰਗ ਸਟੇਟ ਓਹੀਓ ਦੇ ਵਿੱਚ ਯੂਨੀਅਨ ਵਰਕਰਾਂ ਦੀ ਇੱਕ ਰੈਲੀ ਵਿੱਚ ਆਪਣੇ ਆਰਥਿਕ ਏਜੰਡੇ ਅਤੇ ਨਾਲ ਹੀ ਯੂਨੀਅਨ ਵਰਕਰਾਂ ਸਮੇਤ ਅਮਰੀਕਾ ਦੀ ਮਿਡਲ ਕਲਾਸ ਲਈ ਰਿਟਾਇਰਮੈਂਟ ਸਿਕਿਉਰਿਟੀ ਵਰਗੀਆਂ ਯੋਜਨਾਵਾਂ ਰਾਹੀਂ ਵੋਟਰਾਂ ਨੂੰ ਆਕਰਸ਼ਿਤ ਕਰਨ ਦਾ ਯਤਨ ਕੀਤਾ ਗਿਆ, ਜਿੱਥੇ ਉਹਨਾਂ ਰਿਪਬਲਿਕਨ ਪਾਰਟੀ ਦੀਆਂ ਨੀਤੀਆਂ ਨੂੰ ਮੱਧਵਰਗੀ ਪਰਿਵਾਰ ਅਤੇ ਯੂਨੀਅਨ ਵਿਰੋਧੀ ਦੱਸਦਿਆਂ ਹੋਇਆ ਲੋਕਾਂ ਨੂੰ ਡੈਮੋਕ੍ਰੇਟ ਉਮੀਦਵਾਰਾਂ ਦੇ ਹੱਕ ਦੇ ਵਿੱਚ ਪ੍ਰੇਰਿਤ ਕਰਨ ਦਾ ਯਤਨ ਕੀਤਾ। ਉਹਨਾਂ ਦੇ ਰਿਪਬਲਿਕਨ ਪਾਰਟੀ ਉੱਪਰ ਕੀਤੇ ਗਏ ਹਮਲੇ ਇਹਨਾਂ ਚੋਣਾਂ ਦੇ ਵਿੱਚ ਕਿੰਨੇ ਕੁ ਸਫਲ ਹੁੰਦੇ ਨੇ, ਇਸ ਦਾ ਪਤਾ ਤਾਂ ਚੋਣਾਂ ਤੋਂ ਬਾਅਦ ਹੀ ਲੱਗੇਗਾ। ਇਹ ਵੇਖਦੇ ਹਾਂ ਇਹਨਾਂ ਰੈਲੀਆਂ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਕੀ ਕੁਝ ਕਹਿ ਰਹੇ ਨੇ। So here's the deal. The deal was quite simple. When I ran, I was criticized for the basis upon which I ran. I said I'm running for three reasons. One, to restore the soul of America, the decency and honor of this country. And two, to rebuild the backbone of the country. The backbone of the country are the working women and men, the middle class. And you know, there's a middle class for one reason: American unions. That's the only reason there's a middle class. Not a joke. That's a fact. Not a joke. And when the middle class does well, everybody does well. People have a way up, and the wealthy still do very well. And so, folks, the third reason I ran was to unify the country, to unify it. That's been the harder part of it right now. No, I'm serious, because we've become so divided in this. But one thing we were divided on when we ran, and, you know, I want to thank Mayor Bibb for the passport into the city, but we were divided on the question we're celebrating today. And folks, how about actually having a union guy as Secretary of Labor? Isn't that something? ਗੱਲ ਕਰਦੇ ਹਾਂ ਸਟੋਰ ਦੇ ਵਿੱਚ ਹਥਿਆਰਬੰਦ ਲੁੱਟ ਦਾ ਇੱਕ ਮਾਮਲਾ ਕੈਲੀਫੋਰਨੀਆ ਸੂਬੇ ਦੇ ਫ੍ਰੈਸਨੋ ਸ਼ਹਿਰ ਵਿਖੇ ਸਾਹਮਣੇ ਆਇਆ। ਇਹ ਵਾਰਦਾਤ ਇੱਕ ਗੈਸ ਸਟੇਸ਼ਨ ਸਟੋਰ ਉਤੇ ਬੀਤੀ 30 ਜੂਨ ਨੂੰ ਵਾਪਰੀ, ਜਿਸ ਦੇ ਵਿੱਚ ਇੱਕ ਅਣਪਛਾਤੇ ਨੇ ਪਿਸਤੌਲ ਦੀ ਨੋਕ ਉਤੇ ਸਟੋਰ ਨੂੰ ਲੁੱਟਿਆ ਵੀ ਹੈ। ਹੁਣ ਫ੍ਰੈਸਨੋ ਪੁਲਿਸ ਮਹਿਕਮੇ ਨੇ ਸਪਿਰਿਟ ਗੈਸ ਸਟੇਸ਼ਨ ਸਟੋਰ ਵਿਖੇ ਹੋਈ ਇਸ ਹਥਿਆਰਬੰਦ ਲੁੱਟ ਦੀ ਵੀਡੀਓ ਜਾਰੀ ਕੀਤੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਨੂੰ ਵੀ ਇਸ ਲੁਟੇਰੇ ਬਾਰੇ ਕੋਈ ਜਾਣਕਾਰੀ ਹੈ ਤਾਂ ਫੌਰਨ ਇਸ ਦੀ ਸੂਚਨਾ ਪੁਲਿਸ ਮਹਿਕਮੇ ਨੂੰ ਦਿੱਤੀ ਜਾਵੇ। ਜਾਣਕਾਰੀ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ ਅਤੇ ਨਾਲ ਹੀ ਉਹ ਨਕਦ ਇਨਾਮ ਦਾ ਹੱਕਦਾਰ ਵੀ ਹੋ ਸਕਦਾ ਹੈ। ਅਮਰੀਕਾ ਦੇ ਵਾਸ਼ਿੰਗਟਨ ਸੂਬੇ ਦੇ ਵਿੱਚ ਸਕੂਲੀ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਨ ਵਾਸਤੇ ਅਤੇ ਸਕੂਲਾਂ ਦੇ ਵਿੱਚ ਹੋਈਆਂ ਗਰਮੀਆਂ ਦੀਆਂ ਛੁੱਟੀਆਂ ਦੀ ਸਹੀ ਵਰਤੋਂ ਕਰਦਿਆਂ ਹੋਇਆਂ ਕੋਚ ਗੁਰਚਰਨ ਸਿੰਘ ਢਿੱਲੋਂ ਦੇ ਵੱਲੋਂ ਪੰਜਾਬੀ ਭਾਈਚਾਰੇ ਦੇ ਸਹਿਯੋਗ ਦੇ ਨਾਲ ਖੇਡ ਕੈਂਪ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਖੇਡ ਕੈਂਪ ਕੈਂਟ ਸ਼ਹਿਰ ਵਿਖੇ 2 ਮਹੀਨੇ ਚੱਲੇਗਾ, ਜਿਸ ਵਿੱਚ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਬੱਚਿਆਂ ਨੂੰ ਖੇਡਾਂ ਬਾਰੇ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਵਾਰ ਇਸ ਕੈਂਪ ਦੇ ਵਿੱਚ ਸਿੱਖ ਰਾਈਡਰਸ ਬਾਈਕਰਸ ਕਲੱਬ ਦੇ ਵੱਲੋਂ ਵੀ ਹਿੱਸਾ ਲਿਆ ਗਿਆ। ਪੇਸ਼ ਹੈ ਇਸ ਬਾਰੇ ਸਾਡੇ ਸਹਿਯੋਗੀ ਦੀ ਖਾਸ ਰਿਪੋਰਟ। ਇਹ ਤਸਵੀਰਾਂ ਨੇ ਵਾਸ਼ਿੰਗਟਨ ਸੂਬੇ ਦੇ ਕੈਂਟ ਸ਼ਹਿਰ ਵਿਖੇ ਸ਼ੁਰੂ ਹੋਏ ਬੱਚਿਆਂ ਦੇ ਖੇਡ ਕੈਂਪ ਦੀਆਂ। ਕੈਂਪ ਦੀ ਸ਼ੁਰੂਆਤ ਹਰ ਵਾਰ ਗੁਰੂ ਮਹਾਰਾਜ ਦਾ ਨਾਮ ਲੈਂਦੇ ਹੋਏ ਕੀਤੀ ਜਾਂਦੀ ਹੈ ਅਤੇ ਖੇਡ ਕੋਚ ਗੁਰਚਰਨ ਸਿੰਘ ਢਿੱਲੋਂ ਵੱਲੋਂ ਇਹ ਕੈਂਪ ਹਰ ਸਾਲ ਪਿਛਲੇ 12 ਸਾਲਾਂ ਤੋਂ ਆਯੋਜਿਤ ਕੀਤਾ ਜਾ ਰਿਹਾ ਹੈ ਤਾਂ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਦਾ ਰੁਝਾਨ ਖੇਡਾਂ ਵੱਲ ਵਧੇ। ਇਸ ਖੇਡ ਕੈਂਪ ਵਿੱਚ ਬੱਚਿਆਂ ਦੇ ਮਾਪੇ ਵੀ ਪੁੱਜਦੇ ਨੇ ਅਤੇ ਆਪਣੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਹੁੰਦੇ ਵੇਖ ਕਾਫੀ ਖੁਸ਼ ਹੁੰਦੇ ਨੇ। ਦੱਸਣਯੋਗ ਹੈ ਕਿ ਇਹ ਕੈਂਪ ਹਰ ਹਫ਼ਤੇ 2 ਦਿਨ ਆਯੋਜਿਤ ਹੁੰਦਾ ਹੈ ਅਤੇ 2 ਮਹੀਨੇ ਚੱਲਦਾ ਹੈ। ਇਸ ਵਿੱਚ ਬੱਚਿਆਂ ਨੂੰ ਸਰੀਰਕ ਸਿੱਖਿਆ ਦੇ ਨਾਲ-ਨਾਲ ਕਈ ਖੇਡਾਂ ਦੇ ਗੁਰ ਸਿਖਾਏ ਜਾਂਦੇ ਨੇ। ਇਸ ਕੈਂਪ ਵਿੱਚ 5 ਸਾਲ ਤੋਂ ਲੈ ਕੇ 20 ਸਾਲ ਦੇ 200 ਤੋਂ ਵੀ ਜ਼ਿਆਦਾ ਸਕੂਲੀ ਬੱਚੇ ਹਿੱਸਾ ਲੈਂਦੇ ਨੇ ਅਤੇ ਉਹਨਾਂ ਨੂੰ ਵੱਖ-ਵੱਖ ਉਮਰ ਵਰਗ ਵਿੱਚ ਵੰਡ ਕੇ ਖੇਡਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ, ਕਿਉਂਕਿ ਬੱਚਿਆਂ ਦੇ ਨਾਲ ਉਹਨਾਂ ਦੇ ਮਾਪੇ ਵੀ ਇਸ ਕੈਂਪ ਵਿੱਚ ਪੁੱਜਦੇ ਨੇ, ਜਿਸ ਨਾਲ ਪੰਜਾਬੀ ਭਾਈਚਾਰੇ ਦਾ ਆਪਸੀ ਮੇਲ ਮਿਲਾਪ ਵੀ ਵੱਧਦਾ ਹੈ। ਮੈਂ ਗੁਰਚਰਨ ਸਿੰਘ ਢਿੱਲੋਂ ਕੈਂਪ ਦਾ ਇੰਚਾਰਜ ਇੱਥੋਂ ਦਾ। ਮੈਂ ਅੱਜ 12ਵਾਂ ਕੈਂਪ ਬੱਚਿਆਂ ਦਾ ਖੇਡ ਕੈਂਪ ਸ਼ੁਰੂ ਹੋਇਆ ਵਾ, ਸੋ ਬੜੀ ਖੁਸ਼ੀ ਹੋਈ ਹੈ ਕਿ ਅੱਜ ਸਾਰੀ ਕਮੇਟੀ ਨੇ ਪੰਜਾਬੀ ਭਾਈਚਾਰੇ ਦੇ ਪਤਵੰਤਿਆਂ ਨੇ ਮਿਲ ਕੇ ਬੱਚਿਆਂ ਦੇ ਨਾਲ ਮਿਲ ਕੇ 12ਵਾਂ ਖੇਡ ਕੈਂਪ ਅਰਦਾਸ ਦੇ ਨਾਲ ਸ਼ੁਰੂ ਕੀਤਾ। ਉਹਦੇ ਵਿੱਚ ਸਿੱਖ ਰਾਈਡਰ ਆਫ ਸੈਟਲ ਦੇ ਬੱਚੇ ਜਿਹੜੇ ਹੈਗੇ ਨੌਜਵਾਨ ਆ ਉਹ ਆਪਣੇ ਮੋਟਰਸਾਈਕਲ ਲੈ ਕੇ ਆਏ ਨੇ, ਉਹਨਾਂ ਦਾ ਸਾਰਿਆਂ ਨੇ ਸਵਾਗਤ ਕੀਤਾ ਕਮੇਟੀ ਨੇ। ਸੋ ਇਹ ਹੁਣ ਲਗਾਤਾਰ 2 ਮਹੀਨੇ ਕੈਂਪ ਚੱਲਣਾ, ਜੁਲਾਈ ਤੇ ਅਗਸਤ। ਇਹ ਸਭ ਸਾਡੇ ਗੁਰਚਰਨ ਸਿੰਘ ਢਿੱਲੋਂ ਦੀ ਬਦੌਲਤ ਇਹ ਕੈਂਪ ਚੱਲ ਰਿਹਾ
ਤੇ ਉਹਨਾਂ ਦੀ ਇਹ ਵੱਡੀ ਦੇਣ ਆ। ਬਾਕੀ ਅਸੀਂ ਤਾਂ ਜੋ ਸਪੋਰਟ ਕਰਨੀ ਆ ਆਪਦੀ ਫਾਈਨੈਂਸ਼ਲੀ ਕਰ ਸਕਦੇ ਹਾਂ, ਜਾਂ ਸਾਡੇ ਕੋਲ ਟਾਈਮ ਵੀ ਘੱਟ ਹੈਗਾ, ਉਹ ਬਹੁਤ ਟਾਈਮ ਦੇ ਰਹੇ ਆ। ਬਾਕੀ ਬੱਚਿਆਂ ਨੂੰ ਇਹਦੇ 'ਚ ਬਹੁਤ ਇੱਕ ਦੂਜੇ ਨਾਲ ਮੇਲ ਜੋਲ ਦੇ ਨਾਲ ਬੱਚੇ ਪੰਜਾਬੀ ਸਿੱਖਦੇ ਆ, ਨਾਲੇ ਤਾਂ ਇੱਕ ਦੂਜੇ ਨਾਲ ਬੋਲਦੇ ਆ, ਨਾਲੇ ਉਹ ਘਰੇ ਜਾ ਕੇ ਜਿਹੜੇ ਮਤਲਬ ਆਪਦੇ ਮਾਂ ਪਿਓ ਨੂੰ ਕਹਿੰਦੇ ਵੀ ਅਸੀਂ ਕੱਲ੍ਹ ਨੂੰ ਫੇਰ ਉੱਥੇ ਪਹੁੰਚਣਾ। ਇੰਨਾ ਅਰੇਂਜਮੈਂਟ ਵਧੀਆ ਆ। ਤੁਸੀਂ ਆਲੇ ਦੁਆਲੇ ਗਰਾਊਂਡਸ ਦੇ ਵਿੱਚ ਦੇਖੋ, ਕੋਈ ਅੱਜ 150 ਤੋਂ 200 ਤਾਈਂ ਬੱਚਾ ਆਇਆ, ਤਾਂ ਸਾਡੇ ਮੋਟਰਸਾਈਕਲ ਜਿਹੜੇ ਰਾਈਡਰ ਸਿੱਖ ਰਾਈਡਰਸ ਆ ਉਹਨੇ ਆ ਕੇ ਓਪਨਿੰਗ ਕਰਵਾਈ, ਔਰ ਬਹੁਤ ਵਧੀਆ ਆ। ਔਰ ਹਰ ਸਾਲ ਤੋਂ ਅਸੀਂ ਅੱਗੇ ਨੂੰ ਵੱਧ ਰਹੇ ਹਾਂ ਬੱਚਿਆਂ ਦੀ ਇਨਵੋਲਵਮੈਂਟ ਕਰਾਉਣ ਨੂੰ ਸਪੋਰਟਸ ਦੇ ਵਿੱਚ। ਹਾਂਜੀ, ਮੈਂ ਮਨਿੰਦਰਪਾਲ ਸਿੰਘ ਬਰਾੜ ਇੰਡੀਆ ਤੋਂ ਆਇਆ ਸੀ, ਤੇ ਇੱਥੇ ਆਏ ਤੇ ਅੱਜ ਕੈਂਪ ਦਾ ਜੋ ਸਮਰ ਕੈਂਪ ਦਾ ਜੋ ਆਯੋਜਨ ਕੀਤਾ ਉੱਥੇ ਆਏ। ਉੱਥੇ ਆ ਕੇ ਬੜਾ ਚੰਗਾ ਲੱਗਿਆ। ਸਾਰਾ ਭਾਈਚਾਰਾ ਜੋ ਕਿ ਸਿੱਖ ਭਾਈਚਾਰਾ ਉਹਨਾਂ ਨੇ ਸਾਰਾ ਇਹ ਆਯੋਜਨ ਕੀਤਾ ਤੇ ਦੇਖਿਆ, ਤੇ ਛੋਟੇ ਬੱਚਿਆਂ ਦਾ ਵੀ ਬੜਾ ਵੱਡਾ ਯੋਗਦਾਨ ਹੈ ਇੱਥੇ, ਔਰ ਖੇਡਾਂ ਨੂੰ ਬੜਾਵਾ ਦੇ ਰਹੇ ਨੇ। ਅੱਗੇ ਆਪਣੀ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਉਹ ਖੇਡਾਂ ਤੋਂ ਦੂਰ ਜਾ ਰਹੀ ਹੈ, ਤੇ ਹੁਣ ਇੱਥੇ ਦੇਖ ਕੇ ਬੜੀ ਖੁਸ਼ੀ ਹੋਈ। ਸਾਡਾ ਕਲੱਬ ਹੈਗਾ ਸਿੱਖ ਰਾਈਡਰਸ ਬਾਈਕਰ ਕਲੱਬ ਬਣਾਇਆ ਹੈਗਾ ਰੀਕ੍ਰੀਏਸ਼ਨ ਪਰਪਸਿਸ ਵਾਸਤੇ। ਔਰ ਅੱਜ ਦੇ ਇਵੈਂਟ ਬਾਰੇ ਜੋ ਮੈਂ ਕੁਝ ਕਹਿਣਾ ਚਾਹੂੰਗਾ, ਸਭ ਤੋਂ ਪਹਿਲਾਂ ਤਾਂ ਵਧਾਈ ਦੇ ਪਾਤਰ ਨੇ ਆਪਣੇ ਗੁਰਚਰਨ ਸਿੰਘ ਢਿੱਲੋਂ ਸਾਹਿਬ, ਸਰਦਾਰ ਜੀ, ਜਿਨ੍ਹਾਂ ਦੀ ਪਲੈਨਿੰਗ, ਜਿਨ੍ਹਾਂ ਦੇ ਐਫਰਟਸ ਕਰਕੇ ਇਹ ਕੈਂਪ ਹਰ ਸਾਲ ਇੱਥੇ ਮੈਨੇਜ ਕੀਤਾ ਜਾਂਦਾ ਹੈ, ਔਰ ਇਸ ਨੂੰ ਯਾਨੀ ਕਿ ਇਵੈਂਟ ਨੂੰ ਆਰਗੇਨਾਈਜ਼ ਕੀਤਾ ਜਾਂਦਾ ਹੈ। ਔਰ ਇਸ ਜਿਹੜਾ ਇਹਨਾਂ ਨੇ ਐਫਰਟਸ ਹੈਗੇ ਆ ਢਿੱਲੋਂ ਸਾਹਿਬ ਦੇ ਜਾਂ ਉਹਨਾਂ ਦੀ ਟੀਮ ਦੇ, ਉਸ ਐਫਰਟਸ ਦੇ ਵਿੱਚ ਆਪਦਾ ਅਸੀਂ ਮੋਢਾ ਲਾਉਣ ਆਏ ਹੈਗੇ ਆ। ਇਸ ਵਾਰ ਇਸ ਖੇਡ ਕੈਂਪ ਵਿੱਚ ਸਿੱਖ ਰਾਈਡਰਜ਼ ਮੋਟਰਸਾਈਕਲ ਕਲੱਬ ਵੱਲੋਂ ਵੀ ਹਿੱਸਾ ਲਿਆ ਗਿਆ ਅਤੇ ਉਹਨਾਂ ਵੱਲੋਂ ਪੀਜ਼ੇ ਦੇ ਲੰਗਰ ਦਾ ਪ੍ਰਬੰਧ ਵੀ ਮੌਕੇ ਤੇ ਕੀਤਾ ਗਿਆ ਸੀ। ਗੁਰਪ੍ਰੀਤ ਸਿੰਘ ਧੰਜੂ, PTC ਨਿਊਜ਼, ਕੈਂਟ, ਵਾਸ਼ਿੰਗਟਨ। ਬੁਲੇਟਿਨ ਦੇ ਵਿੱਚ ਟੋਰਾਂਟੋ ਤੋਂ ਮੈਂ ਹਾਂ ਜਸਲੀਨ ਕੌਰ ਤੇ ਹੁਣ ਰੁਕ ਕਰਾਂਗੇ ਕੈਨੇਡਾ ਦੀਆਂ ਖਾਸ ਸਰਗਰਮੀਆਂ ਦਾ। ਬੈਂਕ ਆਫ ਕੈਨੇਡਾ ਵੱਲੋਂ ਮਹਿੰਗਾਈ ਨੂੰ ਠੱਲ ਪਾਉਣ ਲਈ ਲਗਾਤਾਰ ਵਿਆਜ ਦਰਾਂ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਹੈ, ਪਰ ਮਾਹਿਰਾਂ ਵੱਲੋਂ ਹੁਣ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਜੇਕਰ ਵਿਆਜ ਦਰਾਂ ਦੇ ਵਿੱਚ ਇਸੇ ਤਰ੍ਹਾਂ ਵਾਧਾ ਹੁੰਦਾ ਰਿਹਾ ਤੇ ਕੈਨੇਡਾ ਵਿੱਚ ਰਿਸੈਸ਼ਨ ਆ ਸਕਦਾ ਹੈ। ਜ਼ਿਕਰਯੋਗ ਹੈ ਕਿ ਪਿਛਲੇ 40 ਸਾਲਾਂ ਵਿੱਚ ਪਹਿਲੀ ਵਾਰ ਕੈਨੇਡਾ ਵਿੱਚ ਮਹਿੰਗਾਈ ਦਰ 7.7% ਦਰਜ ਕੀਤੀ ਗਈ ਹੈ। ਕੈਨੇਡੀਅਨ ਸੈਂਟਰ ਫਾਰ ਪਾਲਿਸੀ ਆਲਟਰਨੇਟਿਵਸ ਵੱਲੋਂ ਹਾਲ ਹੀ ਦੇ ਵਿੱਚ ਇੱਕ ਨਵੀਂ ਸਟੱਡੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਇਹ ਆਖਿਆ ਗਿਆ ਹੈ ਕਿ ਬੈਂਕ ਆਫ ਕੈਨੇਡਾ ਵੱਲੋਂ ਮਹਿੰਗਾਈ ਨੂੰ ਠੱਲ ਪਾਉਣ ਲਈ ਤੇਜ਼ੀ ਨਾਲ ਵਧਾਈਆਂ ਜਾ ਰਹੀਆਂ ਵਿਆਜ ਦਰਾਂ ਕਾਰਨ ਰਿਸੈਸ਼ਨ ਵੀ ਆ ਸਕਦਾ ਹੈ। ਮਾਹਰਾਂ ਵੱਲੋਂ ਉਮੀਦ ਲਗਾਈ ਜਾ ਰਹੀ ਹੈ ਕਿ ਇਸ ਮਹੀਨੇ ਬੈਂਕ ਆਫ ਕੈਨੇਡਾ 0.75% ਅੰਕਾਂ ਦੇ ਨਾਲ ਵਿਆਜ ਦਰਾਂ ਦੇ ਵਿੱਚ ਵਾਧਾ ਕਰ ਸਕਦਾ ਹੈ। ਇਸ ਸੰਬੰਧੀ ਕੈਨੇਡਾ ਦੀ ਵਿੱਤ ਮੰਤਰੀ ਅਤੇ ਡਿਪਟੀ ਪ੍ਰਾਈਮ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਤੋਂ ਅਸੀਂ ਸਵਾਲ ਕੀਤਾ, ਜਿਸ ਦੇ ਜਵਾਬ ਦੇ ਵਿੱਚ ਉਹਨਾਂ ਨੇ ਆਖਿਆ ਕਿ ਦੁਨੀਆ ਦੀ ਆਰਥਿਕਤਾ ਕਿੱਧਰ ਜਾ ਰਹੀ ਹੈ ਇਸ ਸੰਬੰਧੀ ਕਿਸੇ ਦੇ ਕੋਲ ਵੀ ਜਾਣਕਾਰੀ ਨਹੀਂ ਹੈ ਅਤੇ G7 ਦੇਸ਼ਾਂ ਵਿੱਚੋਂ ਕੈਨੇਡਾ ਇਕੱਲਾ ਦੇਸ਼ ਹੈ ਜਿਸ ਦੀ ਆਰਥਿਕਤਾ ਸਭ ਤੋਂ ਮਜ਼ਬੂਤ ਹੈ। Looking at the cost of living and high inflation rate, recession fears are already growing across the country. Canadian Centre for Policy Alternatives did a study, and as per them, Bank of Canada's strategy of rapidly increasing the key interest rate will likely trigger a recession. So at what point should Canadians be concerned? I think it's really important for me to be honest with Canadians. And being honest with Canadians starts by saying no one has a crystal ball about where the economy is going to go. There are some very unpredictable global forces in play which we don't control. You know, I can tell you, Vladimir Putin does not call me up when he makes his war plans, and the government of Canada is not in charge of how China is dealing with COVID. So there are some significant forces out there which our government is not responsible for. But what I can tell you is this. Of all the countries in the world, certainly of all the major industrial economies, there truly is no country better positioned to deal with the current economic challenges than Canada is. We are predicted by the IMF and the OECD to have the strongest rate of economic growth in the whole G7 this year and next year. That's a real strength going into a challenging time. I would also say to Canadians, you know, the institution whose job it is to bring inflation back under control is the Bank of Canada. The Bank of Canada has the mandate, it has the tools, and it has the expertise to do that.
And I think we should all have confidence that the Bank of Canada will do its job. And then, finally, what we all, I think, are working towards and hoping for is a soft landing. We've been through so much in the past 2+ years, right? We've been through COVID, we've been through lockdowns, we've been through the COVID recession when 3 million people lost their jobs. Now we're going through the reopening of the Canadian and the global economy, plus a war and the attendant high prices. So really, I think we need to think about this as kind of a single economic storm. And what we're all trying to do together is land the airplane of the Canadian economy and land it in a way that we see prices coming down, but stable growth and high levels of employment maintained. What economists talk about as a soft landing. And I really believe there is no country better positioned in the world, certainly no country in the G7 better positioned than Canada to achieve that soft landing. ਕੈਨੇਡੀਅਨ ਸੈਂਟਰ ਫਾਰ ਪੋਲਿਸੀ ਆਲਟਰਨੇਟਿਵਸ ਦੀ ਰਿਪੋਰਟ ਦੇ ਵਿੱਚ ਇਹ ਵੀ ਆਖਿਆ ਗਿਆ ਹੈ ਕਿ ਪਿਛਲੇ 7 ਸਾਲਾਂ ਵਿੱਚ ਸੈਂਟਰਲ ਬੈਂਕ ਵੱਲੋਂ ਤੇਜ਼ੀ ਨਾਲ ਵਿਆਜ ਦਰਾਂ ਦੇ ਵਿੱਚ ਵਾਧਾ ਕਰਕੇ 3 ਵਾਰੀ ਮਹਿੰਗਾਈ ਦਰ ਵਿੱਚ 5.7% ਦੀ ਕਟੌਤੀ ਤਾਂ ਕਰ ਲਈ ਗਈ, ਪਰ ਹਰ ਵਾਰੀ ਰਿਸੈਸ਼ਨ ਦਾ ਸਾਹਮਣਾ ਵੀ ਕਰਨਾ ਪਿਆ ਹੈ। ਰਿਸਰਚ ਇੰਸਟੀਚਿਊਟ ਨੇ ਆਖਿਆ ਕਿ ਜੇ ਸੈਂਟਰਲ ਬੈਂਕ ਤੇਜ਼ੀ ਨਾਲ ਵਿਆਜ ਦਰਾਂ ਦੇ ਵਿੱਚ ਵਾਧਾ ਕਰਕੇ ਮਹਿੰਗਾਈ ਨੂੰ 7.7% ਤੋਂ 2% ਘਟਾਉਣ ਦੇ ਆਪਣੇ ਟੀਚੇ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਇਸ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ ਤੇ 85,000 ਨੌਕਰੀਆਂ ਚਲੀਆਂ ਜਾਣਗੀਆਂ। ਇਸ ਸਟੱਡੀ ਦੇ ਵਿੱਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਮਹਿੰਗਾਈ ਨੂੰ ਘਟਾਉਣ ਅਤੇ ਇਸ ਰਿਸਕ ਤੋਂ ਬਚਣ ਲਈ ਨਵੀਂ ਪਾਲਿਸੀ ਲਿਆਂਦੀ ਜਾਵੇ। ਜਸਲੀਨ ਕੌਰ, PDC ਨਿਊਜ਼, ਕੈਨੇਡਾ। ਸਰੀ ਦੇ ਵਿੱਚ 175A ਸਟਰੀਟ ਨੂੰ ਗੁਰੂ ਨਾਨਕ ਵਿਲੇਜ ਵੇ ਦਾ ਨਾਮ ਦਿੱਤਾ ਜਾ ਰਿਹਾ ਹੈ। ਸਰੀ ਦੇ ਮੇਅਰ ਡਗ ਮੈਕਕਲਮ ਨੇ ਪਿਕ ਸੁਸਾਇਟੀ ਵੱਲੋਂ ਪਾਈ ਗਈ ਅਰਜ਼ੀ ਨੂੰ ਸਵੀਕਾਰ ਕਰਦਿਆਂ ਐਲਾਨ ਕੀਤਾ ਕਿ ਇਹ ਨਵਾਂ ਯਾਦਗਾਰੀ ਚਿੰਨ੍ਹ ਪੰਜਾਬੀ ਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਦੇ ਵਿੱਚ ਲਗਾਇਆ ਜਾਏਗਾ। ਹਾਲ ਹੀ ਦੇ ਵਿੱਚ ਪਿਕਸ ਵੱਲੋਂ ਯਾਨੀ ਕਿ ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼ ਵੱਲੋਂ ਮੇਅਰ ਮੈਕਕਲਮ ਤੇ ਸਰੀ ਸਿਟੀ ਸੈਂਟਰ ਨੂੰ ਇੱਕ ਐਪਲੀਕੇਸ਼ਨ ਦਿੱਤੀ ਗਈ ਸੀ ਕਿ 175A ਸਟਰੀਟ ਤੇ 64 ਐਵੇਨਿਊ ਦਾ ਨਾਂ ਜਿਹੜਾ ਹੈ ਉਹ ਗੁਰੂ ਨਾਨਕ ਵੇ ਯਾਨੀ ਕਿ ਗੁਰੂ ਨਾਨਕ ਪਥ ਦੇ ਨਾਂ ਤੋਂ ਚੇਂਜ ਕੀਤਾ ਜਾਵੇ ਤੇ ਹੁਣ ਉਹ ਜਿਹੜੀ ਅਰਜ਼ੀ ਸੀ ਉਹ ਸਿਟੀ ਵੱਲੋਂ ਜਿਹੜੀ ਹੈ ਅਪਰੂਵ ਕਰਤੀ ਗਈ। ਪਿਕਸ ਵੱਲੋਂ ਪਿਛਲੇ ਸਮੇਂ ਵਿੱਚ ਵੀ ਕਈ ਉਪਰਾਲੇ ਜਿਹੜੇ ਨੇ ਉਹ ਕੀਤੇ ਗਏ ਨੇ ਤੇ ਇਸ ਵਾਰੀ 175A ਸਟਰੀਟ ਤੇ ਇਹਨਾਂ ਨੇ ਇੱਕ 올ਡ ਏਜ ਹੋਮ ਜਿਹੜਾ ਹੈ ਉਹ ਬਣਾਉਣਾ ਹੈ, ਜਿਸ ਕਰਕੇ ਇਸ ਸਟਰੀਟ ਦਾ ਨਾਂ ਗੁਰੂ ਨਾਨਕ ਵਿਲੇਜ ਵੇ ਯਾਨੀ ਕਿ ਗੁਰੂ ਨਾਨਕ ਪਥ ਦੇ ਨਾਂ ਤੋਂ ਨਾਂ ਜਿਹੜਾ ਹੈ ਉਹ ਚੇਂਜ ਹੋਏਗਾ ਤੇ ਡੇਟ ਜਿਹੜੀ ਹੈ ਉਹ ਛੇਤੀ ਜਿਹੜੀ ਹੈ ਅਨਾਉਂਸ ਕੀਤੀ ਜਾਏਗੀ। ਆਉਣ ਵਾਲੇ ਦਿਨਾਂ ਵਿੱਚ ਸਾਨੂੰ ਪਤਾ ਲੱਗੂਗਾ ਕਿ ਇਹ ਸਟਰੀਟ ਜਿਹੜੀ ਹੈ ਉਹ ਕਦੋਂ ਚੇਂਜ ਹੋਣੀ ਹੈ ਤੇ ਸਾਡੇ ਕਲਚਰ ਲਈ, ਸਿੱਖ ਕਲਚਰ ਲਈ ਤੇ ਹੈਰੀਟੇਜ ਲਈ ਵੀ ਇੱਕ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿਉਂਕਿ ਵਿਦੇਸ਼ਾਂ ਵਿੱਚ ਵੀ ਸਾਡੇ ਕਲਚਰ ਨੂੰ ਇੰਨੀ ਇੰਪੋਰਟੈਂਸ ਮਿਲ ਰਹੀ ਹੈ ਤੇ ਅਸੀਂ ਵੀ ਉਮੀਦ ਕਰਦੇ ਹਾਂ ਕਿ ਜਿਹੜੇ ਸਟਰੀਟ ਦਾ ਨਾਂ ਹੈ ਉਹ ਛੇਤੀ ਪਤਾ ਲੱਗੇ ਤੇ ਅਸੀਂ ਵੀ ਤੁਹਾਨੂੰ ਹਰ ਅਪਡੇਟ ਦੇ ਨਾਲ ਜਾਣੂ ਰੱਖਾਂਗੇ। ਕੈਮਰਾ ਪਰਸਨ ਸ਼ਾਮ ਸ਼ਰਮਾ ਦੇ ਨਾਲ ਹਰਸਿਮਰਤ ਕੌਰ, PDC ਸਰੀ। ਓਨਟਾਰੀਓ ਦੇ ਸਿੱਖ ਮੋਟਰਸਾਈਕਲ ਕਲੱਬ ਵੱਲੋਂ 31 ਜੁਲਾਈ ਨੂੰ ਰਾਈਡ ਅਗੇਂਸਟ ਡਾਇਬੀਟੀਜ਼ ਆਯੋਜਿਤ ਕੀਤੀ ਜਾ ਰਹੀ ਹੈ, ਜਿਸ ਵਿੱਚ ਬ੍ਰਿਟਿਸ਼ ਕੋਲੰਬੀਆ, ਐਲਬਰਟਾ, ਮੈਨੀਟੋਬਾ, ਸਸਕੈਚੁਅਨ ਤੇ ਓਨਟਾਰੀਓ ਦੇ ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰਸ ਹਿੱਸਾ ਲੈਣਗੇ। ਦੱਸ ਦਈਏ ਕਿ ਪਿਛਲੇ ਸਾਲ ਓਨਟਾਰੀਓ ਸਿੱਖ ਮੋਟਰਸਾਈਕਲ ਕਲੱਬ ਵੱਲੋਂ $1,13,000 ਇਕੱਠੇ ਕੀਤੇ ਗਏ ਸੀ, ਜਿਸ ਨਾਲ ਡਾਇਬੀਟੀਜ਼ ਦੇ ਨਾਲ ਜੂਝ ਰਹੇ ਬੱਚਿਆਂ ਦੀ ਮਦਦ ਕੀਤੀ ਗਈ ਸੀ। ਇਸ ਸਾਲ ਵੀ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਲਗਭਗ $1,00,000 ਇਕੱਠਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰਾਂ ਵੱਲੋਂ ਵੱਧ ਤੋਂ ਵੱਧ ਲੋਕਾਂ ਨੂੰ ਇਸ ਰਾਈਡ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਰਕਮ ਡਾਇਬੀਟੀਜ਼ ਕੈਨੇਡਾ ਚੈਰੀਟੇਬਲ ਸੰਸਥਾ ਨੂੰ ਦਿੱਤੀ ਜਾਏਗੀ। ਪਿਛਲੇ ਸਾਲ ਭਾਈਚਾਰੇ ਦੇ ਸਹਿਯੋਗ ਦੇ ਨਾਲ $1,13,000 ਰੇਜ਼ ਕਰਕੇ ਜਿਹੜਾ ਡਾਇਬੀਟੀਜ਼ ਕੈਨੇਡਾ ਨੂੰ ਦਿੱਤਾ ਗਿਆ, ਉਹ ਪੈਸਾ ਜਿਹੜਾ ਹੈਗਾ ਜਿਹੜੇ ਛੋਟੇ ਬੱਚੇ ਡਾਇਬੀਟੀਜ਼ ਨਾਲ, ਸ਼ੂਗਰ ਦੀ ਬਿਮਾਰੀ ਦੇ ਨਾਲ ਹੀ ਜੰਮਦੇ ਨੇ, ਉਹਨਾਂ ਦੀ ਬਿਹਤਰੀ ਲਈ, ਉਹਨਾਂ ਦੇ ਹੈਲਦੀ ਲਾਈਫ ਸਟਾਈਲ ਲਈ ਉਹ ਪੈਸਾ ਜਿਹੜਾ ਉਹ ਵਰਤਿਆ ਗਿਆ ਹੈਗਾ। ਤੇ ਇਸੇ ਤਰ੍ਹਾਂ ਇਸ ਸਾਲ ਵੀ ਸਾਡਾ ਤਕਰੀਬਨ $1,00,000 ਦਾ ਗੋਲ ਹੈਗਾ। ਸੋ ਅਸੀਂ ਅੱਜ ਕੈਨੇਡਾ ਦੇ ਉੱਤੇ ਸਮੁੱਚੇ ਭਾਈਚਾਰੇ ਨੂੰ ਬੇਨਤੀ ਕਰਦੇ ਹਾਂ ਕਿ ਰਾਈਡ ਫਾਰ ਕਾਜ ਦੇ ਬੈਨਰ ਥੱਲੇ ਸਿੱਖ ਮੋਟਰਸਾਈਕਲ ਕਲੱਬ ਨਿਊ ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਸਸਕੈਚੁਅਨ, ਮੈਨੀਟੋਬਾ ਅਤੇ ontario ਦੇ ਵਿੱਚ ਇਹ ਰਾਈਡ ਕੀਤੀ ਜਾਂਦੀ ਆ। ਸੋ ਸਾਡੇ ਨਾਲ ਜੁੜੋ ਅਤੇ ਆਪਾਂ ਜਿੰਨੇ ਵੀ ਹੋ ਸਕਦੇ ਹੈਗੇ ਆ ਇਹ ਪੈਸੇ ਜਿਹੜੇ ਆ ਇਕੱਠੇ ਕਰਕੇ ਉਹਨਾਂ ਨਿੱਕੇ ਬੱਚਿਆਂ ਦੀ ਬਿਹਤਰੀ ਦੇ ਲਈ ਵਰਤੀਏ। ਤੇ ਇਹ ਜਿਹੜੀ ਮਨੀ ਹੈਗੀ ਆ ਉਹ ਡਾਇਬੀਟੀਜ਼ ਕੈਨੇਡਾ ਚੈਰੀਟੇਬਲ ਆਰਗੇਨਾਈਜੇਸ਼ਨ ਆ,
ਉਹਨੂੰ ਆਪਾਂ ਰਸੀਦਾਂ ਕੱਟਣੀਆਂ ਨੇ ਤੇ ਹਮੇਸ਼ਾ ਦੀ ਤਰ੍ਹਾਂ ਇਸ ਸਾਲ ਵੀ ਜਿਹੜੀਆਂ ਚੈਰੀਟੇਬਲ ਜਿਹੜੀਆਂ ਰਸੀਦਾਂ ਜਿਹੜੀਆਂ ਟੈਕਸ ਰਿਬੇਟ ਦੀਆਂ ਜਿਹੜੀਆਂ ਉਹ ਮੁਹੱਈਆ ਕਰਵਾਈਆਂ ਜਾਣਗੀਆਂ। ਇੰਡੋ ਕੈਨੇਡੀਅਨ ਐਕਟਰ ਕਰਮ ਬਾਠ ਵੱਲੋਂ ਭਾਰਤੀ ਬਾਕਸਰ ਕੌਰ ਸਿੰਘ ਦੀ ਜੀਵਨੀ ਉੱਤੇ ਆਧਾਰਿਤ ਪਦਮ ਸ਼੍ਰੀ ਕੌਰ ਸਿੰਘ ਫਿਲਮ ਬਣਾਈ ਗਈ ਹੈ। ਦੱਸ ਦਈਏ ਕਿ ਕਰਮ ਬਾਠ ਇਸ ਫਿਲਮ ਦੇ ਵਿੱਚ ਮੁੱਖ ਅਦਾਕਾਰ ਦੀ ਭੂਮਿਕਾ ਵੀ ਨਿਭਾ ਰਹੇ ਹਨ। ਇਹ ਫਿਲਮ 22 ਜੁਲਾਈ ਨੂੰ ਦੁਨੀਆ ਭਰ ਦੇ ਵਿੱਚ ਰਿਲੀਜ਼ ਕੀਤੀ ਜਾਏਗੀ, ਜਿਸ ਲਈ ਬੀਤੇ ਦਿਨੀ ਮੋਹਾਲੀ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ। ਭਾਰਤੀ ਬਾਕਸਰ ਕੌਰ ਸਿੰਘ ਦੀ ਜੀਵਨੀ ਉੱਤੇ ਆਧਾਰਿਤ ਨਵੀਂ ਫਿਲਮ ਪਦਮ ਸ਼੍ਰੀ ਕੌਰ ਸਿੰਘ 22 ਜੁਲਾਈ ਨੂੰ ਦੁਨੀਆ ਭਰ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਲਈ ਫਿਲਮ ਦੀ ਟੀਮ ਨੇ ਮੋਹਾਲੀ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ। ਜਦੋਂ ਸਟਾਰਟਿੰਗ ਦੇ ਵਿੱਚ ਮਿਸਟਰ ਕੌਰ ਸਿੰਘ ਜੀ ਬਿਮਾਰ ਹੁੰਦੇ ਨੇ, ਉਸ ਟਾਈਮ ਦੇ ਉੱਪਰ ਸ਼ਾਹਰੁਖ ਖਾਨ ਉਹਨਾਂ ਨੂੰ ਫਾਈਨੈਂਸ਼ੀਅਲ ਏਡ ਪ੍ਰੋਵਾਈਡ ਕੀਤੀ ਸੀ। ਜਦੋਂ ਉਹ ਨਿਊਜ਼ ਦੇ ਵਿੱਚ ਖਬਰਾਂ ਲੱਗੀਆਂ, ਉਸ ਟਾਈਮ ਤੇ ਮਿਸਟਰ ਵਿਕਰਮ ਪ੍ਰਧਾਨ ਬੰਬਈ ਤੋਂ ਹੈਗੇ ਨੇ, ਇਹਨਾਂ ਨੇ ਮਿਸਟਰ ਕੌਰ ਸਿੰਘ ਨੂੰ ਅਪਰੋਚ ਕੀਤਾ ਤੇ ਮਿਸਟਰ ਕੌਰ ਸਿੰਘ ਦੇ ਘਰੇ ਜਾ ਕੇ ਉਹਨੇ ਰਾਈਟਸ ਬਾਈ ਕੀਤੇ। ਉਹ ਤੋਂ ਬਾਅਦ ਇਹਨਾਂ ਨਾਲ ਮੇਰਾ ਕਨੈਕਸ਼ਨ ਸੁਖਬੀਰ ਥਰੂ ਹੋਇਆ, ਸੁਖਬੀਰ ਨੇ ਕਨੈਕਸ਼ਨ ਕਰਾਇਆ, ਸਟੋਰੀ ਨਰੇਸ਼ਨ ਹੋਇਆ। ਤਾਂ ਉਹ ਤੋਂ ਬਾਅਦ ਜਦੋਂ ਮੈਂ ਸਟੱਡੀ ਕੀਤਾ, ਮੈਂ ਦੇਖਿਆ ਵੀ ਕੌਰ ਸਿੰਘ ਦੀ ਕਹਾਣੀ, ਮੱਖਣ ਸਿੰਘ ਦੀ ਕਹਾਣੀ, ਗੋਪਾਲ ਭੇਗੜਾ ਦੀ ਕਹਾਣੀ, ਸਤੀਸ਼ ਮੋਹਨ ਦੀ ਕਹਾਣੀ, ਇਹੋ ਜਿਹੀ ਹੋਰ ਕਿੰਨੇ ਜ਼ਿਆਦਾ ਕਿਰਦਾਰ ਨੇ ਕਿ ਉਹ ਸਾਰਿਆਂ ਦੀ ਲਾਈਫ ਦੇ ਵਿੱਚ ਨੋਰਮੈਲਿਟੀ ਚੱਲ ਰਹੀ ਹੈ ਵੀ ਸਾਰਿਆਂ ਨਾਲ ਆਹ ਕੁਝ ਵਾਪਰ ਰਿਹਾ ਹੈ ਨਾ। ਸੋ ਇਹਦਾ ਮਤਲਬ ਮਿਸਟਰ ਕੌਰ ਸਿੰਘ ਵਰਗੇ 100 ਬੰਦੇ ਹੋ ਰਹੇ ਹੈਗੇ ਆ ਜਿਨ੍ਹਾਂ ਨੇ ਕੰਟਰੀ ਲਈ ਇੰਨਾ ਕੁਝ ਕੀਤਾ ਤੇ ਇਨ ਰਿਟਰਨ ਉਹਨਾਂ ਨੂੰ ਕੀ ਕੁਝ ਕਰਨ ਨੂੰ ਮਿਲ ਰਿਹਾ ਹੈਗਾ। ਸੋ ਇਹ ਸਟੋਰੀ ਜਦੋਂ ਦੇਖੀ ਤਾਂ ਬਹੁਤ ਜ਼ਿਆਦਾ ਲੱਗਿਆ ਵੀ ਇਹ ਸਟੋਰੀ ਆਡੀਅנס ਤੱਕ ਪਹੁੰਚਣੀ ਚਾਹੀਦੀ ਹੈ। ਵਰਲਡ ਵਾਈਡ ਸਾਡੇ ਪੰਜਾਬ ਦਾ ਜਿਹੜਾ ਹੀਰੋ ਹੈ ਕੌਰ ਸਿੰਘ, ਉਹਦੀ ਸਟੋਰੀ ਜਾਣੀ ਚਾਹੀਦੀ ਹੈ। ਸੋ ਤਾਂ ਕਰਕੇ ਅਸੀਂ ਫਿਰ ਫਾਈਨਲਾਈਜ਼ ਕੀਤਾ ਵੀ ਅਸੀਂ ਇਹਦੇ ਉੱਪਰ ਮੂਵੀ ਬਣਾਵਾਂਗੇ। ਜ਼ਿਕਰਯੋਗ ਹੈ ਕਿ ਕੌਰ ਸਿੰਘ ਇਕੱਲੇ ਭਾਰਤੀ ਬਾਕਸਰ ਹਨ ਜਿਨ੍ਹਾਂ ਨੇ 1980 ਦੇ ਵਿੱਚ ਦੁਨੀਆ ਦੇ ਮਸ਼ਹੂਰ ਬਾਕਸਰ ਮੁਹੰਮਦ ਅਲੀ ਨੂੰ ਟੱਕਰ ਦਿੱਤੀ ਸੀ। ਪਦਮ ਸ਼੍ਰੀ ਕੌਰ ਸਿੰਘ ਫਿਲਮ ਦੇ ਵਿੱਚ ਕੈਨੇਡੀਅਨ ਐਕਟਰ ਕਰਮ ਬਾਠ ਮੁੱਖ ਭੂਮਿਕਾ ਨਿਭਾ ਰਹੇ ਹਨ। ਇਹ ਫਿਲਮ ਕਰਮ ਬਾਠ ਅਤੇ ਵਿੱਕੀ ਮਾਨ ਵੱਲੋਂ प्रोड्यूस की गई है तो विक्रम प्रधान ने इस फिल्म को लिखा ते डायरेक्ट किया है। आपने ट्रेलर में देखा होगा कि इट्स अ कंप्लीट फैमिली एंटरटेनर मूवी बेसिकली। तो बॉक्सिंग में बॉक्सिंग इज अ पार्ट ऑफ अ सीन, शार्ट सीन है, उसमें रोमांस है, यू नो फादर मदर के साथ जो इमोशनल बॉन्डिंग है कौर सिंह का उनके फादर मदर के साथ, या हीरोइन है उनके फादर मदर। तो बेसिकली फैमिली एंटरटेनर मूवी ही है ये। हमने इसको स्पोर्ट्स बायोपिक करके न बनाया है न प्रमोट करना चाहते हैं, बिकॉज हम पूरी फैमिली ये फिल्म देखे वो चाहते हैं। सारे ने बहुत मेहनत की है, प्रोड्यूसर का बहुत सारा पैसा लगे है। सो ਇਹੋ ਜਿਹੀਆਂ ਫਿਲਮਾਂ ਬਣਨੀਆਂ ਚਾਹੀਦੀਆਂ। ਸਾਡੇ ਧੰਨ ਭਾਗ ਹੈ ਅਸੀਂ ਹੋਰ ਬਹੁਤ ਸਾਰੀ ਫਿਲਮਾਂ 'ਚ ਕੰਮ ਕੀਤਾ, ਪਰ ਮੈਂ ਸਮਝਦਾ ਕਿ ਮੈਂ ਪ੍ਰਾਊਡ ਫੀਲ ਕਰਦਾ ਕਿ ਮੈਨੂੰ ਇਹੋ ਜਿਹੀ ਫਿਲਮ 'ਚ ਕੰਮ ਕਰਨ ਦਾ ਮੌਕਾ ਮਿਲਿਆ। ਬੰਨੀ ਹੋਰੀ ਮੇਰੇ ਨਾਲ ਬੈਠੇ ਨੇ, ਅਸੀਂ ਉੱਥੇ ਵੀ ਇਹ ਗੱਲਾਂ ਕਰਦੇ ਹੁੰਦੇ ਸੀ ਵੀ ਇਹੋ ਜਿਹੀ ਫਿਲਮਾਂ ਤੇ ਜੇ 4 ਪਾਸਿੰਗ ਵੀ ਕਰ ਲਈਏ ਅਸੀਂ ਕਹਿਣ ਜੋਗੇ ਹੋਵਾਂਗੇ ਵੀ ਪਦਮ ਸ਼੍ਰੀ ਕੌਰ ਸਿੰਘ ਫਿਲਮ ਜਿਹੜੀ ਬਣੀ ਸੀ ਉਹਦੇ ਵਿੱਚ ਅਸੀਂ ਹੈਗੇ ਸੀ। ਸੋ ਆਹ ਪ੍ਰਾਊਡ ਵਾਲੀਆਂ ਗੱਲਾਂ ਨਹੀਂ ਇਹੋ ਜਿਹੀ ਫਿਲਮਾਂ 'ਚ ਕੰਮ ਕਰਨਾ। ਸੋ ਤੁਹਾਡਾ ਸਾਰਿਆਂ ਦਾ ਧੰਨਵਾਦ। ਮੈਂ ਸਮਝਦਾ ਕਿ ਤੁਸੀਂ ਸਾਡਾ ਸਹਿਯੋਗ ਦਿਓਗੇ ਇਹੋ ਜਿਹੀ ਫਿਲਮਾਂ ਨੂੰ ਅੱਗੇ ਲੈ ਕੇ ਆਉਣ ਲਈ ਭਵਿੱਖ ਦੇ ਵਿੱਚ। ਤਾਂ ਤੁਹਾਡੇ ਹੁਲਾਰੇ ਦੀ ਉਮੀਦ ਹੈ ਤਾਂ ਇਹੋ ਜਿਹੇ ਚੰਗੀਆਂ ਫਿਲਮਾਂ। ਕਾਬਲੇ ਗੌਰ ਹੈ ਕਿ ਭਾਰਤੀ ਬਾਕਸਰ ਕੌਰ ਸਿੰਘ ਨੇ ਭਾਰਤ ਲਈ 11 골ਡ ਮੈਡਲਸ ਜਿੱਤੇ ਨੇ। ਉਹਨਾਂ ਨੂੰ ਪਦਮ ਸ਼੍ਰੀ ਅਤੇ ਅਰਜੁਨਾ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ ਤੇ 1984 ਦੇ ਵਿੱਚ ਉਹਨਾਂ ਨੇ ਆਪਣੇ ਬਾਕਸਿੰਗ ਕੈਰੀਅਰ ਤੋਂ ਰਿਟਾਇਰਮੈਂਟ ਲੈ ਲਈ ਸੀ। ਉਮੀਦ ਕਰਦੇ ਹਾਂ ਕਿ ਉਹਨਾਂ ਦੀ ਜੀਵਨੀ ਉੱਤੇ ਆਧਾਰਿਤ ਇਹ ਫਿਲਮ ਨਵੇਂ ਉਭਰਦੇ ਖਿਡਾਰੀਆਂ ਲਈ ਪ੍ਰੇਰਨਾ ਸਾਬਿਤ ਹੋਵੇਗੀ। ਜਸਲੀਨ ਕੌਰ, PTC ਨਿਊਜ਼, ਕੈਨੇਡਾ। ਸੋ PTC ਨਾਰਥ ਅਮਰੀਕਾ ਨਿਊਜ਼ ਬੁਲੇਟਿਨ ਦੇ ਵਿੱਚ ਇਸ ਨਾਲ ਦੀਆਂ ਖਬਰਾਂ। ਫਿਲਹਾਲ ਮੈਨੂੰ ਦਿਓ ਇਜਾਜ਼ਤ ਤੇ ਦੇਸ਼ ਦੁਨੀਆ ਦੀਆਂ ਖਬਰਾਂ ਲਈ ਤੁਸੀਂ ਬਣੇ ਰਹੋ PTC ਨਿਊਜ਼ ਦੇ ਨਾਲ।